ਤੁਸੀਂ ਵੀ ਉਹੀ ਗੱਲ ਕਰਦੇ ਹੋ ਜੋ ਸਿੱਧੂ ਸਾਹਿਬ ਕਹਿੰਦੇ ਨੇ। ਸਿੱਧੂ ਸਾਹਿਬ ਵੀ ਕਹਿੰਦੇ ਨੇ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ, ਪਾਕਿਸਤਾਨ ਦਾ ਬਾਰਡਰ ਖੁੱਲ੍ਹਣਾ ਚਾਹੀਦਾ। ਫਿਰ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੈਗੇ ਹੋ, ਨਵਜੋਤ ਸਿੰਘ ਸਿੱਧੂ ਦੀ ਗੱਲਾਂ ਨਾਲ? ਹਿੰਦੁਸਤਾਨ ਟਾਈਮਸ ਵਾਲਿਆਂ ਨੇ ਮੈਨੂੰ ਕਿਹਾ ਸੀ ਸਿਮਰਨਜੀਤ ਸਿੰਘ ਜੇਲ੍ਹ ਦੇ ਵਿੱਚ ਬਹੁਤ ਚਿਰ ਰਿਹਾ ਅਤੇ ਇਹਦਾ ਦਿਮਾਗ 'ਚ ਫਰਕ ਆ ਗਿਆ। ਫਿਰ ਉਸ ਤੋਂ ਬਾਅਦ ਜਿਹੜੇ ਵੀ ਵੱਡੇ ਵੱਡੇ ਹਿੰਦੁਤਵਾ ਦੇ ਲੀਡਰ ਸੀਗੇ ਜਿਵੇਂ ਕੁਲਦੀਪ ਨਾਇਰ ਅਤੇ ਹੋਰ, ਉਹ ਫਿਰ ਬਾਰਡਰ ਦੇ ਉੱਤੇ ਮੋਮਬੱਤੀਆਂ ਜਗਾਉਣ ਚਲੇ ਗਏ ਕਿ ਇਹ ਬਾਰਡਰ ਕਿਉਂ ਬੰਦ ਹੈ। ਤਾਂ ਮੈਂ ਉਦੋਂ ਦੀ ਗੱਲ ਕਰਦਾ ਅਤੇ ਸਿੱਧੂ ਸਾਹਿਬ ਨੂੰ ਮੈਂ ਵਧਾਈ ਦਿੰਦਾ ਜੇ ਉਹ ਮੇਰੀ ਗੱਲ ਨੂੰ ਅੱਗੇ ਪਹੁੰਚਾ ਰਹੇ ਹੈ। ਸੀਐਮ ਦਾ ਚਿਹਰਾ ਅਨਾਊਂਸਮੈਂਟ ਕੀਤਾ ਹੈ ਭਗਵੰਤ ਮਾਨ ਨੂੰ, ਹਲੇ ਕਾਂਗਰਸ ਪਾਰਟੀ ਦਾ ਪਤਾ ਨਹੀਂ। ਭਗਵੰਤ ਮਾਨ ਤੇ ਸਿੱਧੂ ਸਾਹਿਬ ਨੂੰ ਕਿੱਥੇ ਦੇਖਦੇ ਹੋ ਦੋਨਾਂ ਨੂੰ? ਭਗਵੰਤ ਸਿੰਘ ਮਾਨ ਦੀ ਅਤੇ ਉਹ ਤਾਂ ਸਿੰਘ ਵੀ ਨਹੀਂ ਲਾਉਂਦੇ ਆਪਣੇ ਨਾਂ ਦੇ ਵਿੱਚ, ਅਤੇ ਦਾੜੀ ਮੁੰਨੀ ਹੋਈ ਹੈ ਅਤੇ ਕੇਸ ਉਹਨਾਂ ਦੇ ਹੈ ਨਹੀਂ ਗੇ। ਪਹਿਲਾਂ ਉਹੀ ਚੀਜ਼ਾਂ ਤਾਂ ਰੱਖ ਲੈਣ ਜੇ ਉਹਨਾਂ ਨੇ ਚੀਫ ਮਿਨਿਸਟਰ ਬਣਨਾ ਹੈਗਾ। ਮਾਨ ਸਾਹਿਬ ਕਿਹੜੇ ਕਿਹੜੇ ਮੁੱਦੇ ਨੇ ਜੋ ਤੁਸੀਂ ਲੈ ਕੇ ਜਾ ਰਹੇ ਹੋ ਪੰਜਾਬ ਦੇ ਵਿੱਚ, ਜਾਂ ਤੁਹਾਡੇ ਹਲਕੇ ਦੀ ਗੱਲ ਕਰ ਲਈ ਅਮਰਗੜ੍ਹ ਦੀ, ਕਿਹੜੇ ਕਿਹੜੇ ਮੁੱਦੇ ਤੇ ਤੁਸੀਂ ਚੋਣਾਂ ਲੜਨਾ ਚਾਹੁੰਦੇ ਹੋ? ਸਾਡੇ ਬੱਚੇ 46 ਲੱਖ ਬੇਰੁਜ਼ਗਾਰ ਨੇ। ਸਾਡਾ ਕਿੱਤਾ ਵੀ ਇਹੀ ਹੈ, ਇੱਕ ਕਿਸਾਨੀ ਹੈ, ਇੱਕ ਵਪਾਰ ਹੈ, ਇੱਕ ਖੇਤ ਮਜ਼ਦੂਰੀ ਹੈ ਅਤੇ ਇੱਕ ਟਰਾਂਸਪੋਰਟ ਹੈ। ਇਹ ਸਾਰੇ ਕਿੱਤੇ ਜਿਹੜੇ ਹੈਗੇ ਆ ਸਾਡੇ, ਇਹਨਾਂ ਦੇ ਵਿੱਚ ਜਾਨ ਪੈ ਜੂਗੀ ਅਤੇ ਲੋਕ ਕਮਾਉਣ ਲੱਗ ਪੈਣਗੇ। ਸਾਡੀ ਇਹ ਚਾਹੀਦੀ ਹੈ ਕਿ ਸਾਡੀਆਂ ਜਿਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਵਿਕਣ। ਸਾਡੀ ਇੰਡਸਟਰੀ ਦੀ ਜਿਹੜੀ ਬਣੀ ਹੋਈ ਚੀਜ਼ ਹੈ ਇਹ ਪਾਕਿਸਤਾਨ ਦੇ ਵਿੱਚ ਜਾਵੇ। ਜਦੋਂ ਸਾਰੀਆਂ ਮਸ਼ੀਨਾਂ ਕਿਸਾਨੀਆਂ ਦੀਆਂ ਪਾਕਿਸਤਾਨ ਪਹੁੰਚਦੀਆਂ, ਪਹਿਲਾਂ ਉਹ ਦਿੱਲੀ ਜਾਂਦੀਆਂ ਬਟਾਲੇ ਤੋਂ, ਦਿੱਲੀ ਤੋਂ ਬੰਬੇ ਜਾਂਦੀਆਂ, ਬੰਬੇ ਤੋਂ ਕਰਾਚੀ ਜਾਂਦੀ ਹੈ ਅਤੇ ਕਰਾਚੀ ਤੋਂ ਲਾਹੌਰ ਜਾਂਦੀ ਹੈ, ਲਾਹੌਰ ਤੋਂ ਫਿਰ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਬਟਾਲੇ ਦਾ, ਉੱਥੇ ਪਹੁੰਚਦੀ ਹੈ। ਤੁਸੀਂ ਦੱਸੋ ਜੇ ਬਾਰਡਰ ਖੁੱਲ੍ਹ ਜਾਣ, ਸਾਡੇ ਜਿਹੜੇ ਵਪਾਰੀ ਹੈ, ਜਿਹੜੇ ਇੰਡਸਟਰੀਅਲਿਸਟਸ ਨੇ, ਉਹਨਾਂ ਨੂੰ ਕਿੰਨਾ ਫਾਇਦਾ ਹੋਊਗਾ ਕਿ ਉਹ ਤਾਂ ਵੱਟ ਟਪਾ ਕੇ ਆਪਣੀ ਚੀਜ਼ ਅੱਗੇ ਭੇਜ ਦਿਆ ਕਰਨਗੇ। ਜਿਹੜੇ ਬੰਦੇ ਆਪਣੀ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਜਾਣ, ਫਿਰ ਉਹਨਾਂ ਦੇ ਥੱਲਿਓਂ ਧਰਤੀ ਤਾਂ ਨਿਕਲ ਚੁੱਕੀ ਹੈ, ਇਸੇ ਕਰਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਹੈ। ਹੁਣ ਤੁਸੀਂ ਇੰਨੇ ਇੰਟੈਲੀਜੈਂਟ ਜਰਨਲਿਸਟ ਹੋ, ਮੈਨੂੰ ਪੁੱਛ ਰਹੇ ਹੋ, ਇਹ ਤਾਂ ਤੁਹਾਨੂੰ ਵੀ ਪਤਾ ਕਿ ਉਹਨਾਂ ਦੇ ਥੱਲੇ ਧਰਤੀ ਹੈ ਨਹੀਂ ਗੀ। ਹੁਣ ਪਿਆਰ ਬਹੁਤ ਮਿਲਦਾ ਤੁਹਾਨੂੰ ਪਿੰਡਾਂ ਵਿੱਚ? ਇਹ ਤਾਂ ਫਿਰ ਇਹ ਮੇਰੇ ਕੋਲ ਗਨ ਹੈ ਨਹੀਂ ਨਾ ਜੀ, ਮੇਰੇ ਕੋਲ ਕੋਈ ਗਨਮੈਨ ਹੈ ਨਹੀਂ ਗਾ ਅਤੇ ਲੋਕ ਡਰਦੇ ਆ ਗਨਮੈਨਾਂ ਤੋਂ। ਤੁਹਾਡੇ ਤੋਂ ਲੋਕ ਆ ਕੇ ਮਿਲਦੇ ਨੇ ਗਨਮੈਨ? ਆਹ ਦੇਖ ਲਿਓ ਹੁਣ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਮਾਹੌਲ ਇਸ ਸਮੇਂ ਚੋਣਾਂ ਦਾ, ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਸਿਆਸੀ ਉਮੀਦਵਾਰ ਆਪਣੀਆਂ ਰੈਲੀਆਂ ਕਰ ਰਹੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਹਲਕਾ ਅਮਰਗੜ੍ਹ ਤੋਂ ਚੋਣਾਂ ਲੜਦੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਾਹਿਬ ਥੈਂਕ ਯੂ। ਮਾਨ ਸਾਹਿਬ ਕਿੱਦਾਂ ਚੱਲ ਰਹੀ ਚੋਣ ਕੰਪੇਨ? ਮੇਰੀ ਤਾਂ ਵਧੀਆ ਚੱਲ ਰਹੀ ਹੈ ਜੀ। ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੈ ਆਪਣੀ ਪਾਰਟੀ ਦਾ, ਅਤੇ ਹੋਰ ਪਾਰਟੀਆਂ ਅਸੀਂ ਦੇਖੀਆਂ ਨਹੀਂ ਹੈ ਇੰਨੀ ਕੈਨਵਸਿੰਗ ਕਰਦੀਆਂ, ਕਿਉਂ ਕਰਕੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਦਾ ਨੁਕਸਾਨ ਨਾ ਹੋ ਜੇ। ਉਹ ਗਨਮੈਨ ਤੋਂ ਬਗੈਰ ਬਾਹਰ ਨਹੀਂ ਜਾ ਸਕਦੇ ਹੈਗੇ, ਅਤੇ ਜਿੰਨਾ ਚਿਰ ਉਹ ਆਪਣੇ ਕਾਗਜ਼ ਇਲੈਕਸ਼ਨ ਲੜਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਕੋਲ ਕਾਗਜ਼ ਨਹੀਂ ਭਰਨਗੇ, ਉਨਾ ਚਿਰ ਉਹਨਾਂ ਨੂੰ ਗਨਮੈਨ ਨਹੀਂ ਮਿਲਣੇ। ਸੋ ਉਹ ਲੋਕ ਬਾਹਰ ਨਹੀਂ ਨਿਕਲ ਰਹੇ, ਕਿਉਂ ਕਰਕੇ ਉਹਨਾਂ ਨੇ ਇੰਨੇ ਸਾਲਾਂ ਤੋਂ ਲੋਕਾਂ ਦੇ ਨਾਲ ਵਿੱਥ ਇੰਨੀ ਪਾਤੀ ਹੈ ਅਤੇ ਇੰਨੀ ਡਰੱਗਸ ਵੇਚੀ ਹੈ, ਇੰਨੀ ਕਰਪਸ਼ਨ ਕੀਤੀ ਹੈ ਕਿ ਹੁਣ ਉਹ ਲੋਕਾਂ ਦੇ ਅੱਗੇ ਬਗੈਰ ਗਨਮੈਨ ਤੋਂ ਆ ਹੀ ਨਹੀਂ ਸਕਦੇ ਹੈਗੇ। ਸੋ ਸਾਡੀ ਪਾਰਟੀ ਆ ਦੇਖੋ, ਅਸੀਂ ਫਿਰਦੇ ਹਾਂ, ਤੁਰਦੇ ਹਾਂ, ਵਿੱਚ ਹੈ, ਅਤੇ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ। ਜੇ ਅਸੀਂ ਮਾੜਾ ਕਰਾਂਗੇ ਸਾਨੂੰ ਗੋਲੀ ਵੱਜ ਜੂਗੀ, ਮਰ ਜਾਵਾਂਗੇ, ਪਰ ਅਸੀਂ ਬੁਜ਼ਦਿਲ ਆਦਮੀ ਤਾਂ ਨਹੀਂ ਹੈ ਨਾ ਕਿ ਗਨਮੈਨ ਲੈ ਕੇ ਚੱਲੀਏ। ਅੱਛਾ ਮਾਨ ਸਾਹਿਬ, ਜਦੋਂ ਪੁਰਾਣੇ ਵੇਲੇ ਦੀ ਗੱਲ ਕਰੀਏ, ਮੇਰਾ ਸਵਾਲ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੂੰ ਕਿੱਥੇ ਦੇਖਦੇ ਹੋ ਅੱਜ ਪੰਜਾਬ ਦੇ ਹਾਲਾਤ? ਹੁਣ ਤੁਸੀਂ ਵੀ ਇੱਕ ਸਮਾਂ ਪ੍ਰਕਾਸ਼ ਸਿੰਘ ਬਾਦਲ ਨਾਲ 90 ਦੀ ਗੱਲ ਕਰੀਏ ਉੱਥੇ ਰਹੇ ਹੋ, ਅੱਜ ਇਹਨਾਂ ਨੂੰ ਕਿੱਥੇ ਦੇਖਦੇ ਹੋ? ਸਰ ਸਾਹਿਬ ਤੁਸੀਂ ਬਹੁਤ ਇੰਟੈਲੀਜੈਂਟ ਹੋ। ਜਿਹੜੇ ਬੰਦੇ ਆਪਣੀ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਜਾਣ, ਫਿਰ ਉਹਨਾਂ ਦੇ ਥੱਲਿਓਂ ਧਰਤੀ ਤਾਂ
ਨਿਕਲ ਚੁੱਕੀ ਹੈ। ਇਸੇ ਕਰਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਹੈ। ਹੁਣ ਤੁਸੀਂ ਇੰਨੇ ਇੰਟੈਲੀਜੈਂਟ ਜਰਨਲਿਸਟ ਹੋ, ਮੈਨੂੰ ਪੁੱਛ ਰਹੇ ਹੋ, ਇਹ ਤਾਂ ਤੁਹਾਨੂੰ ਵੀ ਪਤਾ ਕਿ ਉਹਨਾਂ ਦੇ ਥੱਲੇ ਧਰਤੀ ਹੈ ਨਹੀਂ ਗੀ ਹੁਣ। ਅੱਛਾ ਮਾਨ ਸਾਹਿਬ, ਇਸ ਸਮੇਂ ਸਿਆਸਤ ਵਿੱਚ 5 ਪਾਰਟੀਆਂ ਨੇ। ਪਹਿਲਾਂ 2 ਪਾਰਟੀਆਂ ਹੁੰਦੀਆਂ ਸੀ, ਫਿਰ ਆਮ ਆਦਮੀ ਪਾਰਟੀ ਆਉਂਦੀ ਹੈ, ਹੁਣ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਟੁੱਟ ਜਾਂਦਾ, ਫਿਰ ਕਿਸਾਨਾਂ ਦੀ ਪਾਰਟੀ ਆ ਜਾਂਦੀ ਹੈ। ਤੁਸੀਂ ਕਿਸਾਨ ਸਿਮਰਨਜੀਤ ਮਾਨ ਲਿਖਾਇਆ ਸੀ, ਫਿਰ ਕਿਸਾਨੀ ਪਾਰਟੀ ਨੇ ਕੋਈ ਗੱਲ ਹੋਈ ਸੀ? ਅਸੀਂ ਉਹਨਾਂ ਦੀ ਪੂਰੀ ਇਮਦਾਦ ਕੀਤੀ ਹੈ। 6 ਮਹੀਨੇ ਦਿੱਲੀ ਦੇ ਵਿੱਚ ਜਸਕਰਨ ਸਿੰਘ ਜੀ ਸਾਡੇ ਪ੍ਰਧਾਨ ਕਿਸਾਨ ਵਿੰਗ ਦੇ ਮੋਰਚੇ ਦੇ ਵਿੱਚ ਬੈਠੇ ਰਹੇ ਹੈ ਅਤੇ ਹਮੇਸ਼ਾ ਉਹਨਾਂ ਦੀ ਇਮਦਾਦ ਕੀਤੀ ਹੈ। ਪਰ ਕਿਉਂ ਕਰਕੇ ਕਿਸਾਨ ਸਾਰੇ ਇੱਕ ਨਹੀਂ, ਇਹ ਕਈ ਗਰੁੱਪਾਂ ਦੇ ਵਿੱਚ ਹੈਗੇ ਹੈ ਅਤੇ ਜਿਹੜੇ ਮੇਨ ਗਰੁੱਪ ਹੈ ਉਹ ਇਲੈਕਸ਼ਨ ਨਹੀਂ ਲੜ ਰਹੇ, ਅਤੇ ਜਿਹੜੇ ਲੜ ਰਹੇ ਹੈ ਜਦੋਂ ਸਾਨੂੰ ਪਤਾ ਲੱਗੂਗਾ ਕਿ ਇਹ ਮਜ਼ਬੂਤ ਨੇ ਫਿਰ ਉਹਨਾਂ ਦੇ ਨਾਲ ਅਸੀਂ ਗੱਲ ਕਰ ਸਕਦੇ ਹੈਗੇ ਹਾਂ। ਅਜੇ ਅਸੀਂ ਕਰ ਨਹੀਂ ਸਕਦੇ ਕਿਉਂ ਕਰਕੇ ਮੇਨ ਗਰੁੱਪਸ ਨੇ ਇਲੈਕਸ਼ਨਾਂ ਨੂੰ ਬੋਇਕੋਟ ਕੀਤਾ। ਉਹਨਾਂ ਨੇ ਕਿਹਾ ਕਿ ਕਿਸਾਨੀ ਸਾਡਾ ਮੁੱਦਾ ਹੈ ਅਤੇ ਕਿਸਾਨੀ 'ਤੇ ਹੀ ਅਸੀਂ ਰਹਿਣਾ ਹੈਗਾ, ਅਸੀਂ ਸਿਆਸਤ ਦੇ ਨਾਲ ਕੋਈ ਸਾਡਾ ਤਲਕ ਨਹੀਂ ਹੈ। ਮਾਨ ਸਾਹਿਬ, ਕਿਹੜੇ ਮੁੱਦੇ ਨੇ ਜੋ ਤੁਸੀਂ ਲੈ ਕੇ ਜਾ ਰਹੇ ਹੋ ਪੰਜਾਬ ਦੇ ਵਿੱਚ, ਜਾਂ ਤੁਹਾਡੇ ਹਲਕੇ ਦੀ ਗੱਲ ਕਰ ਲਈ ਅਮਰਗੜ੍ਹ ਦੀ, ਕਿਹੜੇ ਮੁੱਦੇ ਤੇ ਤੁਸੀਂ ਚੋਣਾਂ ਲੜਨਾ ਚਾਹੁੰਦੇ ਹੋ? ਇੱਥੇ ਤਾਂ ਜੀ ਗਰੀਬੀ ਬਹੁਤ ਹੈਗੀ ਹੈ ਅਤੇ ਲੋਕਾਂ ਦੇ ਕੋਲੇ ਇਹ ਸਾਧਨ ਨਹੀਂ। ਆਪਣੀ ਇਹ ਜਿਹੜੀ ਮਿਹਨਤ ਕਰਦੇ ਆ ਉਹਦਾ ਫਲ ਇਹਨਾਂ ਨੂੰ ਨਹੀਂ ਮਿਲ ਰਿਹਾ। ਹੁਣ ਇਹ ਕਿਸਾਨ ਵੀ ਹੈਗੇ ਆ, ਕਿਸਾਨ ਮਜ਼ਦੂਰ ਵੀ ਹੈ, ਪਰ ਜਦੋਂ ਇਹ ਮੰਡੀ ਜਾਂਦੇ ਆ ਇਹ ਤਾਂ ਵੀ ਕਰਜ਼ਾਈ ਹੋਈ ਜਾਂਦੇ ਆ। ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲ੍ਹਦਾ, ਟਰੇਡ ਖੁੱਲ੍ਹਦੀ ਨਹੀਂ। ਸਾਡੇ ਜਿਹੜੇ ਵਪਾਰੀ ਇਸ ਹਲਕੇ ਦੇ ਲਾਲੇ ਬਾਣੀਏ ਹੈਗੇ ਹੈ, ਜ਼ਿਮੀਂਦਾਰ ਹੈ, ਰੰਗਰੇਟੇ ਸਿੱਖ ਹੈ, ਇਹ ਅੱਗੇ ਪ੍ਰੋਗਰੈਸ ਨਹੀਂ ਕਰ ਸਕਦੇ। ਜੇ ਬਾਰਡਰ ਖੁੱਲ੍ਹ ਗਏ, ਇੱਕ ਤਾਂ ਜਿਹੜਾ ਅਸੀਂ ਸਿੱਖ ਰੋਜ਼ ਅਰਦਾਸ ਕਰਦੇ ਹਾਂ ਕਿ ਸਾਡੇ ਦਰਸ਼ਨ ਗੁਰਦੁਆਰਿਆਂ ਦੇ ਪਾਕਿਸਤਾਨ 'ਚ ਹੋਣ, ਉਹ ਪੂਰੇ ਹੋ ਜਾਊਗਾ। ਅਤੇ ਫਿਰ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਘਾਟ ਹੈ ਅਤੇ ਉਹ ਰੂਸ ਤੋਂ ਮੰਗਾ ਰਿਹਾ ਕਣਕ, ਅਤੇ ਫਿਰ ਅਸੀਂ ਉਹਨਾਂ ਦੀਆਂ ਮੰਡੀਆਂ ਦੇ ਵਿੱਚ ਜਾਵਾਂਗੇ। ਸਾਡੇ ਬੱਚੇ 46 ਲੱਖ ਬੇਰੁਜ਼ਗਾਰ ਨੇ। ਸਾਡਾ ਕਿੱਤਾ ਵੀ ਇਹੀ ਹੈ, ਇੱਕ ਕਿਸਾਨੀ ਹੈ, ਇੱਕ ਵਪਾਰ ਹੈ, ਇੱਕ ਖੇਤ ਮਜ਼ਦੂਰੀ ਹੈ ਅਤੇ ਇੱਕ ਟਰਾਂਸਪੋਰਟ ਹੈ। ਇਹ ਸਾਰੇ ਕਿੱਤੇ ਜਿਹੜੇ ਹੈਗੇ ਆ ਸਾਡੇ, ਇਹਨਾਂ ਦੇ ਵਿੱਚ ਜਾਨ ਪੈ ਜੂਗੀ ਅਤੇ ਲੋਕ ਕਮਾਉਣ ਲੱਗ ਪੈਣਗੇ। ਸਾਡੀ ਇਹ ਚਾਹੀਦੀ ਹੈ ਕਿ ਸਾਡੀਆਂ ਜਿਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਵਿਕਣ। ਸਾਡੀ ਇੰਡਸਟਰੀ ਦੀ ਜਿਹੜੀ ਬਣੀ ਹੋਈ ਚੀਜ਼ ਹੈ ਇਹ ਪਾਕਿਸਤਾਨ ਦੇ ਵਿੱਚ ਜਾਵੇ। ਹੁਣ ਬਟਾਲੇ ਦੇ ਵਿੱਚ ਕਿਸਾਨਾਂ ਦੇ ਲਈ ਬਣਨ ਦੇ ਲਈ ਬਹੁਤ ਮਸ਼ੀਨਰੀ ਬਣਦੀ ਹੈ। ਬਟਾਲਾ ਸਿਰਫ 25 ਕਿਲੋਮੀਟਰ ਬਾਰਡਰ ਤੋਂ ਹੈ, ਪਰ ਜਦੋਂ ਸਾਰੀਆਂ ਮਸ਼ੀਨਾਂ ਕਿਸਾਨੀਆਂ ਦੀਆਂ ਪਾਕਿਸਤਾਨ ਪਹੁੰਚਦੀਆਂ, ਪਹਿਲਾਂ ਉਹ ਦਿੱਲੀ ਜਾਂਦੀਆਂ ਬਟਾਲੇ ਤੋਂ, ਦਿੱਲੀ ਤੋਂ ਬੰਬੇ ਜਾਂਦੀਆਂ, ਬੰਬੇ ਤੋਂ ਕਰਾਚੀ ਜਾਂਦੀ ਹੈ ਅਤੇ ਕਰਾਚੀ ਤੋਂ ਲਾਹੌਰ ਜਾਂਦੀ ਹੈ, ਲਾਹੌਰ ਤੋਂ ਫਿਰ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਬਟਾਲੇ ਦਾ, ਉੱਥੇ ਪਹੁੰਚਦੀ ਹੈ। ਤੁਸੀਂ ਦੱਸੋ, ਜੇ ਬਾਰਡਰ ਖੁੱਲ੍ਹ ਜਾਣ, ਸਾਡੇ ਜਿਹੜੇ ਵਪਾਰੀ ਹੈ, ਜਿਹੜੇ ਇੰਡਸਟਰੀਅਲਿਸਟਸ ਨੇ, ਉਹਨਾਂ ਨੂੰ ਕਿੰਨਾ ਫਾਇਦਾ ਹੋਊਗਾ ਕਿ ਉਹ ਤਾਂ ਵੱਟ ਟਪਾ ਕੇ ਆਪਣੀ ਚੀਜ਼ ਅੱਗੇ ਭੇਜ ਦਿਆ ਕਰਨਗੇ। ਜੇ ਮਾਨ ਸਾਹਿਬ, ਤੁਸੀਂ ਵੀ ਉਹੀ ਗੱਲ ਕਰਦੇ ਹੋ ਜੋ ਸਿੱਧੂ ਸਾਹਿਬ ਕਹਿੰਦੇ ਨੇ। ਸਿੱਧੂ ਸਾਹਿਬ ਵੀ ਕਹਿੰਦੇ ਨੇ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ, ਪਾਕਿਸਤਾਨ ਦਾ ਬਾਰਡਰ ਖੁੱਲ੍ਹਣਾ ਚਾਹੀਦਾ। ਫਿਰ ਤੁਸੀਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਹੈਗੇ ਹੋ, ਨਵਜੋਤ ਸਿੰਘ ਸਿੱਧੂ ਦੀ ਗੱਲਾਂ ਨਾਲ? ਉਹ ਮੇਰੀਆਂ ਗੱਲਾਂ ਨਾਲ ਸਹਿਮਤ ਹੈ, ਕਿਉਂ ਕਰਕੇ ਮੈਂ ਸ਼ੁਰੂ ਤੋਂ ਕਰਦਾ ਰਿਹਾ। ਜਦੋਂ ਮੈਂ ਛੁੱਟਿਆ ਸੀਗਾ 1999 ਦੇ ਵਿੱਚ, ਅਤੇ ਮੈਂ ਉਦੋਂ ਕਿਹਾ ਸੀਗਾ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲ੍ਹੋ। ਹਿੰਦੁਸਤਾਨ ਟਾਈਮਸ ਵਾਲਿਆਂ ਨੇ ਮੈਨੂੰ ਕਿਹਾ ਸੀ ਸਿਮਰਨਜੀਤ ਸਿੰਘ ਜੇਲ੍ਹ ਦੇ ਵਿੱਚ ਬਹੁਤ ਚਿਰ ਰਿਹਾ ਹੈ ਅਤੇ ਇਹਦਾ ਦਿਮਾਗ 'ਚ ਫਰਕ ਆ ਗਿਆ। ਫਿਰ ਉਸ ਤੋਂ ਬਾਅਦ ਜਿਹੜੇ ਵੀ ਵੱਡੇ ਵੱਡੇ ਹਿੰਦੁਤਵਾ ਦੇ ਲੀਡਰ ਸੀਗੇ, ਜਿਵੇਂ ਕੁਲਦੀਪ ਨਾਇਰ ਅਤੇ ਹੋਰ, ਉਹ ਫਿਰ ਬਾਰਡਰ ਦੇ ਉੱਤੇ ਮੋਮਬੱਤੀਆਂ ਜਗਾਉਣ ਚਲੇ ਗਏ ਕਿ ਇਹ ਬਾਰਡਰ ਕਿਉਂ ਬੰਦ ਹੈ। ਤਾਂ ਮੈਂ ਉਦੋਂ ਦੀ ਗੱਲ ਕਰਦਾ ਅਤੇ ਸਿੱਧੂ ਸਾਹਿਬ ਨੂੰ ਮੈਂ ਵਧਾਈ ਦਿੰਦਾ ਜੇ ਉਹ ਮੇਰੀ ਗੱਲ ਨੂੰ ਅੱਗੇ ਪਹੁੰਚਾ ਰਹੇ ਹੈ। ਅੱਛਾ ਮਾਨ ਸਾਹਿਬ, ਕਿਹੜਾ ਤੁਹਾਨੂੰ ਲੱਗਦਾ ਹੈ, ਚਲੋ ਅਲੱਗ-ਅਲੱਗ ਸਭ ਦੀ ਰਾਏ ਹੁੰਦੀ ਹੈ, ਪਰ ਜੇ ਹੁਣ ਦੇਖਣਾ ਹੋਵੇ, ਸੀਐਮ ਦਾ ਚਿਹਰਾ ਅਨਾਊਂਸਮੈਂਟ ਕੀਤਾ ਹੈ, ਭਗਵੰਤ ਮਾਨ ਨੂੰ ਹਲੇ ਕਾਂਗਰਸ ਪਾਰਟੀ ਦਾ ਪਤਾ ਨਹੀਂ, ਭਗਵੰਤ ਮਾਨ ਅਤੇ ਸਿੱਧੂ ਸਾਹਿਬ ਨੂੰ ਕਿੱਥੇ ਦੇਖਦੇ ਹੋ ਦੋਨਾਂ ਨੂੰ? ਮੈਂ ਇਹਦਾ ਜਵਾਬ ਨਹੀਂ ਜੀ ਦੇ ਸਕਦਾ ਹੈਗਾ, ਕਿਉਂ ਕਰਕੇ ਸਾਡੀ ਪਾਰਟੀ ਅਲੱਗਾ ਹੈਗੀ ਹੈ। ਮੈਨੂੰ ਕੀ ਪਤਾ ਉਹਨਾਂ ਦੀ ਅੰਦਰਲੀ ਬਣਤਰ ਦਾ, ਜਾਂ ਕੀ ਉਹਨਾਂ ਦੀ ਪਾਲਿਸੀ ਹੋਊਗੀ, ਜਾਂ ਤਾਂ ਉਹ ਪਾਲਿਸੀ ਦੱਸਣ ਆਪਣੀ
ਫਿਰ ਉਹਦੇ ਉੱਤੇ ਗੱਲਬਾਤ ਹੋ ਸਕਦੀ ਹੈ। ਪਾਲਿਸੀ ਤੋਂ ਬਗੈਰ ਥੋੜੀ ਕੋਈ ਗੱਲਬਾਤ ਕਰ ਦੂਗਾ ਭਗਵੰਤ ਸਿੰਘ ਮਾਨ ਦੀ, ਤੇ ਉਹ ਤਾਂ ਸਿੰਘ ਵੀ ਨਹੀਂ ਲਾਉਂਦੇ ਆਪਣੇ ਨਾਂ ਦੇ ਵਿੱਚ, ਤੇ ਦਾੜੀ ਮੁੰਨੀ ਹੋਈ ਹੈ, ਤੇ ਕੇਸ ਉਹਨਾਂ ਦੇ ਹੈ ਨਹੀਂ ਗੇ। ਪਹਿਲਾਂ ਉਹੀ ਚੀਜ਼ਾਂ ਤਾਂ ਰੱਖ ਲੈਣ ਜੇ ਉਹਨਾਂ ਨੇ ਚੀਫ ਮਿਨਿਸਟਰ ਬਣਨਾ ਹੈਗਾ। ਅੱਛਾ ਮਾਨ ਸਾਹਿਬ, ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਜੇਲ੍ਹ ਦਾ, 1999 ਦੇ ਵਿੱਚ ਤੁਸੀਂ ਜੇਲ੍ਹ 'ਚ ਚੋਣਾਂ ਲੜਦੇ ਹੋ, ਰਿਕਾਰਡ ਅੱਜ ਤੱਕ 5 ਲੱਖ ਤੋਂ ਜ਼ਿਆਦਾ ਤੁਹਾਨੂੰ ਵੋਟ ਪਈ ਹੈ। ਜੇਲ੍ਹ ਦੇ ਵਿੱਚ ਹੈਗੇ ਨੇ, ਕਿ ਜੇਲ੍ਹ ਦੇ ਵਿੱਚ ਰਹਿ ਕੇ ਲੋਕਾਂ ਦੀ ਸਿਮਤੀ ਬਣ ਜਾਂਦੀ ਹੈ ਜੋ ਵੋਟ ਚਲੀ ਜਾਂਦੀ ਹੈ ਉਸ ਪਾਸੇ? ਮੈਨੂੰ ਨਹੀਂ, ਤੁਸੀਂ ਉਦੋਂ ਵੋਟ ਪਾਈ ਹੋਗੀ, ਇਹ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਜਦੋਂ ਮੈਂ ਜੇਲ੍ਹ 'ਚੋਂ ਰਿਹਾ ਹੋਇਆ ਮੈਨੂੰ ਫਾਂਸੀ ਆਉਣੀ ਸੀਗੀ, ਤੁਸੀਂ ਵੋਟਾਂ ਪਾ ਕੇ ਮੈਨੂੰ ਫਾਂਸੀ ਤੋਂ ਬਚਾਇਆ। ਇਹਦਾ ਸਵਾਲ ਦਾ ਜਵਾਬ ਤੁਸੀਂ ਦੱਸੋ ਜਿਹੜੇ ਵੋਟਰ ਸੀਗੇ। ਮੈਂ ਕਿਵੇਂ ਦੱਸ ਸਕਦਾ ਕਿ ਸਿੰਪੈਥੀ ਹੋ ਜਾਂਦੀ ਹੈ ਜਦੋਂ ਮੈਂ ਤਾਂ ਜੇਲ੍ਹ ਦੇ ਵਿੱਚ ਸੀਗਾ। ਅੱਛਾ ਮਾਨ ਸਾਹਿਬ, ਇੱਕ ਹੋਰ ਚਰਚਾ ਛਿੜਦੀ ਹੈ ਕਿ ਤੁਸੀਂ ਜਿਹੜੇ ਮੁੱਦਿਆਂ ਦੀ ਗੱਲ ਕਰਨੇ ਹੋ, ਕਾਫੀ ਲੰਮੇ ਸਮੇਂ ਤੋਂ 92 ਦੀ ਬਾਅਦ ਦੀ ਗੱਲ ਕਰੀਏ, ਕਾਫੀ ਲੰਮੇ ਸਮੇਂ ਤੋਂ ਇੱਕੋ ਮੁੱਦਾ ਤੁਸੀਂ ਰੱਖਿਆ ਆਪਦੇ ਕੋਲ, ਕਿ ਲੋਕ ਉਸ ਮੁੱਦਿਆਂ ਦੇ ਉੱਤੇ ਵੋਟਾਂ ਕਰਦੇ ਨੇ। ਕਰਨਗੇ ਜੇ ਆਪਾਂ ਲੱਗੇ ਰਹੀਏ। ਹੁਣ ਗਾਂਧੀ, ਜਿਨ੍ਹਾਂ, ਨਹਿਰੂ ਥੱਕੇ ਤਾਂ ਨਹੀਂ ਸੀਗੇ, ਉਹਨਾਂ ਦੀਆਂ ਕਿਹੜਾ ਸਰਕਾਰਾਂ ਬਣਦੀਆਂ ਸੀਗੀਆਂ। ਉਹ ਵੀ ਤਾਂ 1947 'ਚ ਜਾ ਕੇ ਜਿਨ੍ਹਾਂ ਸਾਹਿਬ ਆਪਣੇ ਮੁਲਕ ਦੇ ਪ੍ਰਧਾਨ ਬਣੇ ਹੈ, 1947 'ਚ ਨਹਿਰੂ ਸਾਹਿਬ ਬਣੇ ਹੈ, ਤੇ ਇਹ ਚਿਰ ਤਾਂ ਲੱਗਦਾ ਹੀ ਹੈ। ਐ ਥੋੜ੍ਹੀ ਹੈ ਕਿ ਇਹ ਇੱਕਦਮ ਇਹ ਤੁਹਾਨੂੰ ਕੁੱਜਾ ਖੋਲ੍ਹ ਕੇ ਤੁਹਾਨੂੰ ਇਹ ਕੋਈ ਚੀਜ਼ ਮਿਲ ਜੇ। ਇਹ ਕੁਛ ਨਾ ਕੁਛ ਤਾਂ ਕਰਨਾ ਪੈਂਦਾ, ਸਟਰਗਲ ਕਰਨਾ ਚਾਹੀਦਾ। ਜਿਹੜੇ ਲੋਕ ਸਟਰਗਲ ਕਰਦੇ ਹੈ, ਇਹ ਮੈਨੂੰ ਯਕੀਨ ਹੈ ਕਿ ਅਖੀਰ 'ਚ ਉਹਨਾਂ ਨੂੰ ਮਿਲਦਾ ਜ਼ਰੂਰ ਹੈ। ਜੇ ਉਹ ਮਰ ਵੀ ਜਾਣ, ਜਿਹੜੀ ਉਹਨਾਂ ਦੀ ਪਾਰਟੀ ਉਸ ਸਟੈਂਡ 'ਤੇ ਖੜੀ ਹੈ, ਉਹ ਜੇਤੂ ਲਾਜ਼ਮੀ ਹੋਊਗੀ। ਜਿਹੜੇ ਸਟੈਂਡ 'ਤੇ ਤੁਸੀਂ ਖੜੇ ਹੋ ਵੀ ਤੁਸੀਂ ਜਿੱਤੋਗੇ? ਇਹ ਮੈਂ ਨਹੀਂ ਕਹਿਣਾ, ਇਹ ਤੁਸੀਂ ਜਰਨਲਿਸਟ ਹੋ, ਤੁਸੀਂ ਇੱਥੋਂ ਪੁੱਛ ਕੇ ਲੋਕਾਂ ਤੋਂ ਫਿਰ ਤੁਸੀਂ ਆਪਣੀ ਸਲਾਹ ਕਰਕੇ ਦੱਸਿਓ। ਅੱਛਾ ਮਾਨ ਸਾਹਿਬ, ਤੁਹਾਡਾ ਬੇਟਾ ਕੀ ਚੋਣ ਲੜਨਗੇ ਫਤਿਹਗੜ੍ਹ ਸਾਹਿਬ? ਉਹ ਤਾਂ ਲੜ ਰਹੇ ਫਤਿਹਗੜ੍ਹ ਸਾਹਿਬ ਤੋਂ। ਉਹਨੂੰ ਕੋਵਿਡ ਹੋਇਆ ਵਿਚਾਰੇ ਨੂੰ, ਮੰਜੇ 'ਚ ਪਿਆ, ਬਸ ਹੁਣ 2 ਦਿਨਾਂ 'ਚ ਨਿਕਲ ਜੂਗਾ ਬਾਹਰ। ਪਹਿਲਾਂ ਨਿਕਲਿਆ ਹੋਇਆ ਸੀਗਾ, ਕੈਨਵਸਿੰਗ ਕਰਦਾ ਹੈ, ਉਹਦੇ ਚਾਂਸਸ ਜਿੱਤਣ ਦੇ ਬਹੁਤ ਅੱਛੇ ਹੈ। ਅੱਛਾ ਮਾਨ ਸਾਹਿਬ, ਜੋ ਕਿਸਾਨੀ, ਮੇਰਾ ਆਖਰੀ ਸਵਾਲ ਹੈ ਕਿ ਜੋ ਕਿਸਾਨੀ ਪਾਰਟੀ ਹੈ, ਲੱਗਦਾ ਵੀ ਕਿਸਾਨੀ ਪਾਰਟੀ ਨੂੰ ਕਿਸਾਨ ਵੋਟਾਂ ਦੇ ਦੂਗਾ? ਮੇਰਾ ਖਿਆਲ ਹੈ ਕਿ ਜੀ ਇਹ ਜਿਹੜੀ ਪਾਰਟੀ ਦਾ ਏਜੰਡਾ ਹੋਊਗਾ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੈ, ਕਿਸਾਨ ਇਸ ਨੂੰ ਇਹ ਵੋਟ ਪਾਉਣਗੇ। ਕਿਸਾਨ ਪਾਰਟੀਆਂ ਦਾ ਕੋਈ ਮੁੱਦਾ ਹੈ ਨਹੀਂ ਗਾ। ਉਹ ਤਾਂ ਇਹ ਵੀ ਨਹੀਂ ਕਹਿ ਰਹੇ ਕਿ ਇਹ ਬਾਰਡਰ ਅਜੇ ਖੋਲ੍ਹ ਦਿਓ ਜਿਹਦੇ ਨਾਲ ਜਿਨਸਾਂ ਸਾਡੀਆਂ ਬਾਹਰ ਜਾ ਕੇ ਮੰਡੀਆਂ ਦੇ ਵਿੱਚ ਵਿਕਣ, ਹੈ ਨਾ। ਅਤੇ ਉਹ ਅਜੇ MSP ਦੀ ਗੱਲ ਨਹੀਂ ਕਰ ਰਹੇ ਹੈਗੇ, ਅਤੇ ਸਾਰੀਆਂ ਜਿਹੜੀਆਂ ਚੀਜ਼ਾਂ ਰਹਿੰਦੀਆਂ ਨਾ ਉਹ ਨਹੀਂ ਕਰ ਰਹੇ, ਉਹ ਸਾਡੀ ਪਾਰਟੀ ਕਰ ਰਹੀ ਹੈ। ਫਿਰ ਕਿਸਾਨ, ਅਸੀਂ ਵੀ ਕਿਸਾਨ ਹੈ, ਉਹ ਵੀ ਕਿਸਾਨ ਹੈ, ਅਸੀਂ ਵੀ ਮਜ਼ਦੂਰ ਹੈ, ਉਹ ਵੀ ਮਜ਼ਦੂਰ ਹੈ। ਸੋ ਮੇਰਾ ਮਤਲਬ ਹੈ ਕਿ ਇਹ ਤਾਂ ਓਪਨ ਫੀਲਡ ਹੈ ਕਿ ਇਹ ਪਿਆਰ ਬਹੁਤ ਮਿਲਦਾ ਤੁਹਾਨੂੰ ਪਿੰਡਾਂ ਵਿੱਚ। ਇਹ ਤਾਂ ਫਿਰ ਇਹ ਮੇਰੇ ਕੋਲ ਗਨ ਹੈ ਨਹੀਂ ਨਾ ਜੀ, ਮੇਰੇ ਕੋਲ ਕੋਈ ਗਨਮੈਨ ਹੈ ਨਹੀਂ ਗਾ, ਅਤੇ ਲੋਕ ਡਰਦੇ ਆ ਗਨਮੈਨਾਂ ਤੋਂ। ਤੁਹਾਡੇ ਤੋਂ ਲੋਕੀ ਆ ਕੇ ਮਿਲਦੇ ਨੇ ਗਨਮੈਨ? ਆਹ ਦੇਖ ਲਿਓ ਹੁਣ ਤੁਸੀਂ। ਤੁਸੀਂ ਸਾਰੀ ਗੱਲ ਬਸ ਸੁਣੀਏ। ਸਾਡੇ ਨਾਲ ਮੌਜੂਦ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ। ਅਲੱਗ-ਅਲੱਗ ਉਮੀਦਵਾਰ ਇਹੀ ਦਾਅਵਾ ਕਰਦੇ ਕਿ ਉਹ ਜਿੱਤ ਜੂਗਾ, ਪਰ ਲੋਕਾਂ ਨੇ ਮੋਹਰ ਲਗਾਉਣੀ ਹੈ। 20 ਫਰਵਰੀ ਨੂੰ ਵੋਟਾਂ ਨੇ, ਤੇ 10 ਮਾਰਚ ਨੂੰ ਜਾ ਕੇ ਰਿਜ਼ਲਟ ਦੇਖਾਂਗੇ ਕਿ ਉਹ EVM ਦੀ ਕਿਸਮਤ ਕਿਸ ਵੱਲ ਜਾਂਦੀ ਹੈ, ਕਿਹਦੀ ਕਿਸਮਤ 'ਚ ਕੀ ਹੈ। 10 ਮਾਰਚ ਨੂੰ ਇਹ ਦੇਖਾਂਗੇ।